ਗੁਰੂ ਮਹਾਰਾਜ ਜੀ ਨੇ ਉਪਦੇਸ਼ ਬਾਣੀ ਵਿੱਚ ਦਿੱਤਾ ਕਿ ਜੇ ਅਸੀਂ ਸ਼ੁਭ ਕਰਮ ਨਿਸ਼ਕਾਮ ਕਰਮ ਕਰਾਂਗੇ ਤਾਂ ਫਿਰ ਤਤ ਵਸਤੂ ਦੀ ਪ੍ਰਾਪਤੀ ਹੁੰਦੀ ਹੈ। ਜਿਵੇਂ ਗੁਰਬਾਣੀ ਵਿੱਚ ਬਚਨ ਨੇ, ਪੰਡਿਤ ਦਹੀ ਵਲੋਈਐ ਭਾਈ, ਵਿੱਚੋਂ ਨਿਕਲੈ ਤੱਥ, ਜਲ ਮਥੀਐ ਜਲ ਦੇਖੀਐ ਭਾਈ, ਇਹੋ ਜਗ ਏਹਾ ਵਥ। ਮਹਾਰਾਜ ਜੀ ਕਹਿੰਦੇ ਆ, ਸਿਆਣੇ ਪੁਰਸ਼ ਪੰਡਿਤ ਹੈ, ਵਿਦਵਾਨ, ਹੇ ਭਾਈ ਐ ਚੰਗੀ ਬੁੱਧ ਵਾਲੇ, ਦਹੀਂ ਨੂੰ ਰਿੜਕੋ ਭਾਈ। ਮਹਾਰਾਜ ਜੀ ਕਹਿੰਦੇ ਜੇ ਤਾਂ ਦਹੀਂ ਦੇ ਵਿੱਚ ਮਧਾਣੀ ਪਾ ਕੇ ਰਿੜਕ ਲੇਗਾ ਤਾਂ ਵਿੱਚੋਂ ਤੱਤ ਨਿਕਲਦਾ, ਤੱਥ ਭਾਵ ਮੱਖਣ ਪ੍ਰਾਪਤ ਹੋਊਗਾ। ਦਹੀਂ ਕਿਹੜਾ ਹੈ? ਨਿਸ਼ਕਾਮ ਕਰਮ, ਕਾਮਨਾ ਤੋਂ ਵੀ ਉੱਪਰ ਉੱਠ ਕੇ ਜਿਹੜੇ ਕਰਮ ਕਰਨੇ, ਧਰਮ ਕਮਾਉਣਾ, ਨਾਮ ਜਪਣਾ, ਬੰਦਗੀ, ਸੇਵਾ, ਸਿਮਰਨ, ਭਗਤੀ, ਸੇਵਾ ਕਰਨੀ ਤੇ ਕਾਮਨਾ ਤੋਂ ਵੀ ਉੱਪਰ ਹੋ ਜਾਣਾ। ਹੁਣ ਇਹ ਬਾਤ ਸ਼ੁਰੂ ਕਾਮਨਾ ਤੋਂ ਹੀ ਹੈ। ਏਕਨ ਕਰਮ ਕਰਦਿਆਂ ਕਰਦਿਆਂ ਫਿਰ ਨਿਸ਼ਕਰਮ ਹੋ ਜਾਂਦਾ ਹੈ ਤੇ ਇਸ ਤਰ੍ਹਾਂ ਇਹ ਨਿਸ਼ਕਰਮ ਜਿਹੜੇ ਨੇ ਨਾ, ਇਹਨਾਂ ਦੇ ਨਿਸ਼ਕਾਮ ਕਰਮਾਂ ਨੂੰ ਮਹਾਰਾਜ ਨੇ ਦਹੀਂ ਕਿਹਾ ਤੇ ਇਹ ਨਿਸ਼ਕਾਮ ਕਰਮ ਰੂਪੀ ਹੈ ਦਹੀਂ। ਤੇ ਇਹ ਵੀ ਹੈ ਕਿ ਤੂੰ ਭਾਈ ਕਰਨਾ ਮਧਾਣੀ ਕਿਹੜੀ ਪਾਉਣੀ ਹੈ? ਇਹਦੇ ਵਿੱਚ ਗਿਆਨ, ਕਿ ਨਿਸ਼ਕਾਮ ਕਰਮ ਕਰਦਿਆਂ ਗਿਆਨਵਾਨ ਵੀ ਹੋਣਾ ਚਾਹੀਦਾ। ਇਹ ਨਹੀਂ ਕਿ ਕਰਮ ਤੂੰ ਕਰ ਰਿਹਾ, ਜੇ ਗਿਆਨ ਹੈ ਨਹੀਂ ਅਗਿਆਨਤਾ 'ਚ ਹੀ ਕਰੀ ਜਾਂਦਾ। ਤੈਨੂੰ ਕੀ ਪਤਾ ਵੀ ਇਹ ਕਰਮ ਧਰਮ ਹੈ ਜਾਂ ਕਰਮਕਾਂਡ ਪਖੰਡ ਹੈ। ਇਸ ਕਰਕੇ ਗੁਰੂ ਤੋਂ ਗਿਆਨ ਲੈਣਾ ਜ਼ਰੂਰੀ ਹੈ। ਸਾ ਸੇਵਾ ਕੀਤੀ ਸਫਲ ਹੈ ਜੇ ਸਤਿਗੁਰ ਕਾ ਮਨ ਮੰਨੇ। ਤੇ ਗੁਰੂ ਦਾ ਮਨ ਕਿਵੇਂ ਮੰਨੂ? ਤਾਂ ਗੁਰੂ ਦੀ ਸਿੱਖਿਆ ਸੁਣਨੀ ਪਊ ਨਾ, ਸਤਸੰਗ ਕਰਨੀ ਪਊਗੀ। ਸੇਵਾ ਤੇ ਸੰਗਤ ਗੁਰੂ ਘਰ ਦੇ ਵਿੱਚ ਦੇਖੋ ਦੋਨੇ ਮਿਲ ਜਾਂਦੇ ਆ, ਕਿ ਧਿਆਨ ਸੁਣਨ ਵਿੱਚ ਰੱਖਣਾ ਤੇ ਨਾਲ ਦੀ ਨਾਲ ਸੇਵਾ ਕਰਨੀ, ਤਾਂ ਕਿ ਸਾਨੂੰ ਪਤਾ ਵੀ ਲੱਗੇ ਨਾ ਜੋ ਅਸੀਂ ਸੇਵਾ ਕਰਦੇ ਹਾਂ ਕਿਹੜੀ ਕਿਸ ਤਰ੍ਹਾਂ ਕਰੀਏ ਕਿ ਗੁਰੂ ਪ੍ਰਸੰਨ ਹੋਵੇ। ਤਾਂ ਫਿਰ ਉਹਦੇ ਵਾਸਤੇ ਗੁਰੂ ਦਾ ਉਪਦੇਸ਼ ਸੁਣਨਾ, ਵਿਚਾਰਨਾ, ਸ਼ਬਦ ਵਿਚਾਰ ਜ਼ਰੂਰੀ ਹੈ। ਇਹ ਗਿਆਨ ਰੂਪੀ ਜਿਹੜਾ ਹੈ ਨਾ, ਵਿਵੇਕ ਦੀ ਮਧਾਣੀ ਇਹਦੇ ਵਿੱਚ ਪਾਉਣੀ ਹੈ। ਬਿਬ ਏਕ, ਵਿਵੇਕ ਜਿਹੜੀ ਇੱਕ ਨਾਲ ਜੁੜਨ ਵਾਲੀ ਗਿਆਨ ਅਵਸਥਾ ਹੈ। ਵਿਵੇਕ ਸਤ ਔਰ ਸਤ ਦੀ ਵਿਚਾਰਵਾਨ ਬੁੱਧ, ਜਿਵੇਂ ਵਿਚਾਰ ਕਰਨੀ ਹੈ, ਜੋ ਮਧਾਣੀ ਹੈ ਨਾ, ਉਹ ਅੱਧਾ ਗੇੜਾ ਇਹਨੂੰ ਅੱਧਾ ਉੱਧਰ ਨੂੰ, ਇਸ ਤਰ੍ਹਾਂ ਦਹੀਂ ਵਿੱਚ ਜਿਹੜੀ ਹੈ ਮਧਾਣੀ ਗੇੜਾ ਦਿੰਦੀ ਹੈ ਤੇ ਫਿਰ ਉਹਦੇ ਵਿੱਚੋਂ ਤੱਤ ਮੱਖਣ ਨਿਕਲਦਾ। ਇਸੇ ਤਰ੍ਹਾਂ ਵਿਵੇਕ ਬੁੱਧੀ, ਸੱਤ ਕੀ ਹੈ, ਅਸੱਤ ਕੀ ਹੈ, ਕਿਹੜੀ ਗੱਲ ਝੂਠ ਹੈ, ਕਿਹੜੀ ਸੱਚ ਹੈ, ਕਿਹੜੀ ਕਰਮ ਸਹੀ ਹੈ, ਕਿਹੜਾ ਗਲਤ ਹੈ, ਕਿਵੇਂ ਇਹਨੂੰ ਕਰਨਾ ਹੈ, ਕੀ ਅਸੀਂ ਛੱਡਣਾ, ਕੀ ਅਸੀਂ ਪ੍ਰਾਪਤੀ। ਇਸ ਤਰ੍ਹਾਂ ਦੀ ਗਿਆਨਵਾਨ ਬੁੱਧ ਜਿਹੜੀ ਹੈ ਉਹ ਪਾ ਕੇ ਇਹ ਨਿਸ਼ਕਾਮ ਕਰਮਾਂ ਦੇ ਦਹੀਂ ਨੂੰ ਰਿੜਕਾਂਗੇ ਤਾਂ ਫਿਰ ਬ੍ਰਹਮ ਆਨੰਦ, ਆਤਮਿਕ ਆਨੰਦ, ਬ੍ਰਹਮ ਗਿਆਨ, ਬ੍ਰਹਮ ਆਨੰਦ ਦਾ ਮੱਖਣ ਪ੍ਰਾਪਤ ਹੋਊਗਾ। ਮਹਾਰਾਜ ਜੀ ਕਹਿੰਦੇ ਜਲ ਮਥੀਐ ਜਲ ਦੇਖੀਐ ਭਾਈ, ਇਹੋ ਜਗ ਏਹਾ ਵਥ। ਪਰ ਸੰਸਾਰ ਦੇ ਵਿੱਚ ਇਹੀ ਵੇਖਿਆ ਜਾਂਦਾ ਹੈ ਕਿ ਪਾਣੀ ਰਿੜਕੀ ਜਾਂਦੀ ਹੈ ਦੁਨੀਆ। ਜਦੋਂ ਪਾਣੀ ਰਿੜਕਦੀ ਹੈ, ਪਾਣੀ ਤੇ ਝੱਗ ਜੀ ਹੋ ਜਾਂਦੀ ਹੈ, ਭੁਲੇਖਾ ਪੈ ਜਾਂਦਾ ਸ਼ਾਇਦ ਮੱਖਣ ਹੈ, ਪਰ ਨਹੀਂ, ਹੁੰਦਾ ਨਹੀਂ। ਇਹ ਜਗਤ ਕਹਿੰਦੇ ਇਹੋ ਜੇ ਸਹਿਤ ਕਾਮਨਾ ਦੀਆਂ ਝੱਗ ਵਿੱਚ ਇਹਨੂੰ ਹੀ ਵਸਤੂ ਸਮਝੀ ਬੈਠਾ। ਕਾਮਨਾਵਾਂ ਦੀ ਝੱਗ ਨੂੰ ਹੀ ਸਮਝ ਲਿਆ ਕਿ ਕੋਈ ਦੁਨਿਆਵੀ ਕਾਰਜ ਹੀ ਪੂਰਾ ਹੋ ਗਿਆ। ਉਹ ਕਹਿੰਦਾ ਲੈ ਬਸ ਆਹੀ ਧਰਮ ਹੈ, ਇਹੀ ਠੀਕ ਹੈ, ਮੈਂ ਤਾਂ ਕਰਮ ਕਮਾਏ ਹੈ, ਇਹੀ ਜਿਹੜੀ ਵਸਤੂ ਹੈ, ਆਹੀ ਕੁਝ ਪ੍ਰਾਪਤ ਕਰਨ ਵਾਸਤੇ ਆਏ ਆ। ਪਰ ਇਹ ਜਾਣ ਲਓ ਜਿਹੜੇ ਸੰਸਾਰ ਦੇ ਸੁੱਖ ਨੇ ਪਾਣੀ ਦੀ ਝੱਗ ਵਰਗੇ ਹੈ, ਖਿਨ ਮਾਤਰ ਨੇ ਭਾਈ। ਇਹ ਕੋਈ ਨਿਸ਼ਾਨਾ ਨਹੀਂ ਹੈ ਜ਼ਿੰਦਗੀ ਦਾ। ਕਿਉਂ? ਪਾਣੀ ਰਿੜਕਣਾ। ਤੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼, ਉਹਨਾਂ ਨੇ ਇੱਕ ਵਾਰੀ ਇਹ ਪੰਗਤੀ ਦੀ ਕਥਾ ਕਰਦਿਆਂ ਸਾਖੀ ਸੁਣਾਈ
ਕਹਿੰਦੇ ਭਾਈ ਕੋਈ ਪ੍ਰੇਮੀ ਸੀ ਤੇ ਉਹ ਗੁਰਦੁਆਰਾ ਪੰਜਾ ਸਾਹਿਬ, ਉੱਥੇ ਪਾਣੀ ਦਾ ਚਸ਼ਮਾ ਸੀ ਤੇ ਉੱਥੇ ਕੋਲ ਲਿਆ ਕੇ ਦਹੀਂ ਦੁੱਧ ਲਿਆ ਕੇ ਰਿੜਕਿਆ ਕਰੇ ਤੇ ਮੱਖਣ ਦੇ ਪਿੰਨੇ ਲੈ ਜਾ ਕਰੇ। ਪੰਜਾ ਸਾਹਿਬ ਜਿੱਥੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪੱਥਰ ਨੂੰ ਪੰਜਾ ਲਾ ਕੇ ਰੋਕਿਆ। ਪਵੰਤ ਪੈ ਪਾਣੀ ਕੀ ਜਲੂਸ ਕੋ ਜਗਈਆ ਪੀਰ, ਬਾਂਕੀ ਕਰਾਮਾਤ ਖੈਂਚ ਦਾਬ ਕੋ ਸ਼ਿਕੰਜਾ ਹੈ। ਇੱਕ ਕਵੀ ਹੋਇਆ ਗਵਾਲ ਕਵੀ, ਉਹਨੇ ਇਹ ਜਿਹੜਾ ਕਵਿਤ ਲਿਖਿਆ, ਪਵੰਤ ਪੈ ਪਾਣੀ ਕੀ ਜਲੂਸ ਕੋ ਜਗਈਆ ਪੀਰ। ਜਦੋਂ ਕਹਿੰਦੇ ਦੇਖੋ ਪਾਣੀ ਜਿਹੜਾ ਸੀ ਉਹ ਪੀਰ ਕੋਲੇ ਸੀ, ਤਾਂ ਉਹਦੇ ਪੀਣ ਵਾਸਤੇ ਭਾਈ ਮਰਦਾਨਾ ਜੀ ਗਏ। ਜਿਹੜਾ ਹਸਨ ਅਬਦਾਲ, ਇਹ ਅਬਦਾਲ ਉਹਦਾ ਨਾਂ ਸੀ ਤੇ ਹਸਨ ਨਾਮ ਨੇ ਪੀਰ ਦਾ ਚੇਲਾ ਲਿਖਿਆ, ਕਿਉਂ ਉਹਦੇ ਕਰਕੇ ਨਾਂ ਉਹਦਾ ਪੈ ਗਿਆ। ਗੁਰੂ ਸਾਹਿਬ ਜੀ ਨੇ ਵੇਖਿਆ ਜਦੋਂ ਹੰਕਾਰੀ ਹੋਇਆ, ਪਵੰਤ ਪੈ ਪਾਣੀ ਕੀ ਜਲੂਸ ਕੋ ਜਗਈਆ ਪੀਰ, ਬਾਂਕੀ ਕਰਾਮਾਤ ਖੈਂਚ ਦਾਬ ਕੋ ਸ਼ਿਕੰਜਾ ਹੈ। ਕਹਿੰਦੇ ਉਹਦੀ ਕਰਾਮਾਤ ਹੀ ਖਿੱਚ ਲਈ, ਦਾਬ ਇਹੋ ਜਿਹਾ। ਸਿੱਖਨ ਕੇ ਪਾਲਵੇ ਕੋ ਬਿਸ਼ਨ ਪਾਣ, ਪਦਮ ਜੈਸੇ ਦਾਰਦ ਦੁੱਖਨ ਕੋ ਤਿਰਸੂਲ ਸਮ ਗੰਜਾ ਹੈ। ਆਪਣੇ ਸਿੱਖਾਂ ਨੂੰ ਪਾਲਣ ਵਾਸਤੇ ਬਿਸ਼ਨ ਪਾਣ ਪਦਮ ਜੈਸੇ, ਦਾਰਦ ਦੁੱਖਨ ਕੋ ਤਿਰਸੂਲ ਸਮ ਗੰਜਾ ਹੈ। ਜਿਵੇਂ ਦਲਿਦਰੀ ਦੁੱਖਾਂ ਨੂੰ ਨਾਸ਼ ਕਰਨ ਵਾਸਤੇ ਗਵਾਲ ਕਬ ਅਰਜ ਕਰਈਨ ਕੀ ਪੂਰੈ ਗਾਜ, ਤੁਰਕਨ ਤੇਜ ਤੂਲ ਤੁੰਗਨ ਕੋ ਭੰਜਾ ਹੈ। ਗਿਰ ਕੋ ਗਿਰਤ ਥਾਂਬ ਲਿਓ ਸੋ ਪ੍ਰਤਖ, ਅਜੋ ਦੇਖੋ ਸਵੱਛ ਐਸੋ ਗੁਰੂ ਨਾਨਕ ਕੋ ਪੰਜਾ ਹੈ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਇਉਂ ਪਹਾੜ ਨੂੰ ਸਾਂਭ ਲਿਆ। ਜਿਵੇਂ ਗੁਰਮੁਖੋ ਦੇਖੋ ਸ਼ਿਵ ਕੋਲੇ ਤਰਸੂਲ ਹੈ ਤੇ ਆਪਣੇ ਸਿੱਖਾਂ ਨੂੰ ਪਾਲਣ ਵਾਸਤੇ ਆਪਣੇ ਭਗਤਾਂ ਨੂੰ ਵਿਸ਼ਨੂੰ ਨੇ ਜਿਹੜਾ ਹੈ ਚੱਕਰਪਾਣ ਪਦਮ ਚਲਾਇਆ। ਤੇ ਇਹ ਜਿੰਨੇ ਸਾਰੇ ਆਪਣੇ ਪਿਆਰਿਆਂ ਦੀ ਵਡਿਆਈ ਵਾਸਤੇ ਕੀਤਾ। ਉਸੇ ਤਰ੍ਹਾਂ ਜਦੋਂ ਪੱਥਰ ਡਿੱਗ ਰਿਹਾ ਸੀ, ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਆਪਣੇ ਪਿਆਰਿਆਂ ਨੂੰ ਬਚਾਉਣ ਲਈ। ਗਿਰ ਕੋ ਗਿਰਤ ਥਾਂਬ ਲਿਓ ਸੋ ਪ੍ਰਤੱਖ, ਜੋ ਹੁਣ ਤੱਕ ਇਹ ਗੱਲ ਪ੍ਰਤੱਖ ਹੈ। ਦੇਖੋ ਸਵੱਛ ਐਸੋ ਗੁਰੂ ਨਾਨਕ ਕੋ ਪੰਜਾ ਹੈ। ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਦਾ ਕਿਸੇ ਨੇ ਕਿੰਤੂ ਕੀਤਾ, ਕਹਿੰਦੇ ਉਹ ਪੱਥਰ ਨੂੰ ਨਾ ਤੋੜਨ ਲੱਗੇ ਕਿ ਪੰਜਾ ਨਿਸ਼ਾਨ ਖਤਮ ਕਰ ਦਈਏ, ਪਰ ਜਿਉਂ-ਜਿਉਂ ਤੋੜੀ ਜਾਣ ਵਿੱਚੋਂ ਉਸੇ ਤਰ੍ਹਾਂ ਪੰਜਾ ਨਿਕਲਦਾ ਆਵੇ। ਤੇ ਕਿੰਤੂ ਕਰਨ ਵਾਲਾ ਕਹਿੰਦਾ ਐ ਕਿਵੇਂ ਹੋ ਸਕਦਾ ਹੈ, ਸਮਝਾਉਣ ਵਾਲਾ ਕਹਿੰਦਾ ਹੋ ਜਾਂਦਾ। ਬਾਤ ਮੱਧ ਬਾਤ ਜੈਸੇ, ਕੇਲੇ ਮੱਧ ਪਾਤ ਜੈਸੇ, द्रौपदी को पाट जैसे, तैसे नानक को पंजा है। ਕਹਿੰਦੇ ਐਂ ਵਿੱਚੋਂ ਕਿਵੇਂ ਪੰਜਾ ਨਿਕਲ ਆਇਆ, ਤਾਂ ਲਿਖਣ ਵਾਲਾ ਸਮਝਾਉਣ ਵਾਲਾ ਉੱਤਰ ਦੇਣ ਵਾਲਾ ਕਹਿੰਦਾ ਬਾਤ ਮੱਧ ਬਾਤ ਜੈਸੇ, ਕਹਿੰਦੇ ਨਿਕਲ ਆਉਂਦਾ ਜਿਵੇਂ ਗੱਲਾਂ ਚੋਂ ਗੱਲਾਂ ਨਿਕਲੀਆਂ ਆਉਂਦੀਆਂ। ਲੋ ਇੱਕ ਗੱਲ ਕਰਨ ਬਹਿ ਜਾਓ, ਚਾਹੇ 2 ਘੰਟੇ ਬੈਠੇ ਰਹੋ, ਗੱਲਾਂ ਮੁੱਕਦੀਆਂ ਸ਼ੁਰੂ ਹੋ ਜਾਂਦੀਆਂ ਤੇ ਇੱਕ ਚੋਂ ਅੱਗੇ ਦੀ ਅੱਗੇ ਗੱਲਾਂ ਨਿਕਲਦੀਆਂ ਆਉਂਦੀਆਂ। ਬਾਤ ਮੱਧ ਬਾਤ ਜੈਸੇ, ਫਿਰ ਕਿਆ ਕੇਲੇ ਮੱਧ ਪਾਤ ਜੈਸੇ। ਹੁਣ ਕੇਲੇ ਦਾ ਮੁੱਢ ਹੈ, ਉਹਨੂੰ ਛਿੱਲਣ ਜੇ ਲੱਗ ਜਾਓ, ਵਿੱਚੋਂ ਇੱਕ ਪੱਤਾ ਲਾਹ ਦਿਓ ਦੂਜਾ ਨਿਕਲਿਆ, ਦੂਜਾ ਲਾਓ ਤੀਜਾ ਨਿਕਲਿਆ। द्रौपदी को पाट ਜੈਸੇ, ਫਿਰ ਪ੍ਰਮਾਣ ਦਿੱਤੇ। ਕਹਿੰਦੇ ਦੇਖੋ ਮਹਾਂਭਾਰਤ ਦੇ ਸਮੇਂ ਜਦੋਂ ਦ੍ਰੋਪਦੀ ਦੀ ਪੱਤ ਇੱਜ਼ਤ ਖੁਰਾਰ ਕਰਨ ਲੱਗਿਆ ਦੁਰਯੋਧਨ, ਤੇ ਉਸਦੇ ਪਾਂਟ ਸਾੜੀਆਂ ਉਸਦੇ ਬਸਤਰ ਉਤਾਰਨ ਲੱਗਿਆ, ਦ੍ਰੋਪਦੀ ਤਾਂ ਨਹੀਂ ਵਿੱਚੋਂ ਨਿਕਲੀ, ਬਸਤਰ ਹੀ ਨਿਕਲੀ ਗਏ। ਇੱਕ ਲਾਹੀ ਦੂਜੀ ਅੰਬਾਰ ਲਾਗੇ ਬਸਤਰਾਂ ਦੇ, ਕੱਪੜ ਕੋਟ ਉਸਾਰਿਓਂ ਜਿਵੇਂ ਕਿਲਾ ਹੁੰਦਾ ਉਹ ਲਾਗੇ। द्रौपदी को पाट जैसे,
ਤੈਸੇ ਨਾਨਕ ਕੋ ਪੰਜਾ ਹੈ। ਇਸੇ ਤਰ੍ਹਾਂ ਭਾਈ ਗੁਰੂ ਨਾਨਕ ਦੇਵ ਭਗਵਾਨ ਨੇ ਪੰਜਾ ਲਾਇਆ ਤੇ ਉਹ ਕਿਵੇਂ ਨਾ ਨਿਕਲੂ। ਇਹ ਤਾਂ ਦੁਨਿਆਵੀ ਗੱਲਾਂ ਤਾਂ ਸਾਡੇ ਸਾਹਮਣੇ ਹੋ ਜਾਂਦੀਆਂ, ਉਹ ਅਸੀਂ ਕਹਿੰਦੇ ਹਾਂ ਠੀਕ ਹੈ, ਜੇ ਨਿਰੰਕਾਰ ਆਪ ਪੰਜਾ ਲਾ ਦੇਵੇ ਕਿਵੇਂ ਨਾ ਨਿਕਲੂਗਾ। ਤੋ ਗੱਲ ਚੱਲੀ ਸੀ ਪਾਣੀ ਰੜਕਣ ਦੀ। ਉਹ ਮਹਾਂਪੁਰਸ਼ਾਂ ਨੇ ਸਾਖੀ ਸੁਣਾਈ ਕਿ ਇਉਂ ਪ੍ਰੇਮੀ ਆਇਆ ਕਰੇ ਪੰਜਾ ਸਾਹਿਬ ਜਲ ਦੇ ਚਸ਼ਮੇ ਕੋਲੇ ਆ ਕੇ ਦਹੀਂ ਦੁੱਧ ਲਿਆਇਆ ਕਰੇ, ਰਿੜਕੇ ਮੱਖਣ ਦੇ ਪਿੰਨੇ ਲੈ ਜਾਣੇ। ਇਹ ਉਸ ਕੋਈ ਪ੍ਰੇਮੀ ਨੂੰ ਉਹਨੂੰ ਵੇਖ ਕੇ ਇੱਕ ਮਾਈ ਸੀ, ਉਹ ਪੰਜਾ ਸਾਹਿਬ ਆਈ ਦਰਸ਼ਨ ਕਰਨ। ਉਹਨੇ ਵੀ ਸੋਚਿਆ ਵੀ ਇੱਥੇ ਲਿਆ ਕੇ ਰਿੜਕਦਾ ਇਹ, ਤੇ ਉਹਨੇ ਮਧਾਣੀ ਲੈ ਲਈ। ਪੰਜਾ ਸਾਹਿਬ ਆ ਕੇ ਪਾਣੀ ਚ ਪਾ ਕੇ ਰਿੜਕਣ ਲੱਗ ਗਈ। ਸਾਰੀ ਦਿਹਾੜੀ ਰਿੜਕਦੀ ਰਹੀ, ਮੱਖਣ ਨਾ ਆਇਆ। ਤੇ ਮਾਈ ਕਹਿਣ ਲੱਗੀ ਮੈਨੂੰ ਤਾਂ ਮੱਖਣ ਮਿਲਿਆ ਨਹੀਂ। ਦੂਜੇ ਦਿਨ ਜਦੋਂ ਪ੍ਰੇਮੀ ਦੁੱਧ ਰਿੜਕਣ ਵਾਸਤੇ ਆਇਆ, ਉਹਨੂੰ ਕਹਿਣ ਲੱਗੀ ਮੈਂ ਕੱਲ ਦੀ ਰਿੜਕੀ ਜਾਂਦੀ ਆ, ਇੱਥੇ ਕੋਈ ਮੱਖਣ ਨਹੀਂ ਨਿਕਲਿਆ, ਤੂੰ ਕਿਵੇਂ ਪਿੰਨੇ ਲੈ ਜਾਂਦਾ? ਉਹ ਕਹਿੰਦਾ ਮਾਤਾ ਵੀ ਮੈਂ ਦੁੱਧ ਨਾਲ ਲੈ ਕੇ ਆਉਣਾ, ਕਿਉਂਕਿ ਗਰਮੀ ਕਰਕੇ ਹੋਰ ਥਾਂ ਦਹੀਂ ਚੋਂ ਮੱਖਣ ਨਿਕਲਦਾ ਨਹੀਂ, ਇੱਥੇ ਠੰਡਾ ਜਲ ਹੈ ਪੰਜਾ ਸਾਹਿਬ, ਇਸ ਕਰਕੇ ਠੰਡ ਕਰਕੇ ਜਦੋਂ ਦਹੀਂ ਰਿੜਕਦਾ ਹੈ ਮੱਖਣ ਨਿਕਲ ਆਉਂਦਾ ਹੈ। ਇਹ ਜਿਹੜਾ ਹੁਣ ਉਹ ਸੀ ਅਣਜਾਣ, ਉਹ ਕਹਿੰਦੇ ਵੀ ਐਂ ਪਾਣੀ ਦੁੱਧ ਤਾਂ ਤੈਨੂੰ ਲਿਆਉਣਾ ਪਊ ਨਾ। ਤੇ ਅਸੀਂ ਗੁਰਮੁਖੋ ਕਰਦੇ ਕੁਛ ਹੈ ਨਹੀਂ, ਉਹੀ ਭਾਲਦੇ ਆ ਤਤ ਵਸਤੂ। ਨਿਸ਼ਕਾਮ ਕਰਮ ਤਾਂ ਸਾਨੂੰ ਕਰਨੇ ਹੀ ਪੈਣੇ ਆ, ਫੇਰ ਹੀ ਤਤ ਵਸਤੂ ਦੀ ਪ੍ਰਾਪਤੀ ਹੋਵੇਗੀ। ਜੇ ਵਿਸ਼ੇ ਵਿਕਾਰਾਂ ਦਾ ਪਾਣੀ ਹੋਈ ਹੈ ਰਿੜਕੀ ਚੱਲੋ, ਵਿਸ਼ੇ ਵਿਕਾਰ ਕਰੇ, ਬ੍ਰਹਮ ਆਨੰਦ ਦੀ ਪ੍ਰਾਪਤੀ ਨਹੀਂ ਹੋ ਸਕਦੀ। ਬ੍ਰਹਮ ਆਨੰਦ ਦੀ ਪ੍ਰਾਪਤੀ ਤਾਂ ਸਾਨੂੰ ਫਿਰ ਆਪਣੇ ਸ਼ੁਭ ਕਰਮ ਕਰਨੇ ਪੈਣਗੇ, ਨਿਸ਼ਕਾਮ ਕਰਮ ਕਰਨੇ ਪੈਣਗੇ, ਵਿਸ਼ੇ ਵਿਕਾਰ ਛੱਡਣੇ ਪੈਣਗੇ। ਫਰੀਦਾ ਜਿਨੇ ਕੰਮੀ ਨਾਹੇ ਗੁਣ ਤੇ ਕੰਮੜੇ ਵਿਸਾਰ। ਮਹਾਰਾਜ ਨੇ ਸਾਨੂੰ ਕਰਮ ਤੇ ਉੱਤੇ ਸੁਤੰਤਰ ਕਰਤਾ। ਆ ਭਾਈ ਕਰਮ ਨੇ ਇਹ ਚੰਗੇ ਐ ਮਾੜੇ ਐ, ਇਹਨਾਂ ਦਾ ਫਲ ਆ, ਇਹਨਾਂ ਦਾ ਸਾਰਾ ਕੁਝ ਸਾਨੂੰ ਮਹਾਰਾਜ ਨੇ ਦੱਸਤਾ। ਸਾਡੇ ਸਾਹਮਣੇ ਰਿਜ਼ਲਟ ਕੱਢ ਕੇ ਗੁਰੂ ਪਾਤਸ਼ਾਹ ਦੀ ਬਾਣੀ ਰੱਖ ਰਹੀ ਹੈ ਤੇ ਨਾਲ ਸਾਨੂੰ ਸੁਤੰਤਰ ਕਰਤਾ। ਹੁਣ ਤੂੰ ਵੇਖ ਕੀ ਕਰਨਾ। ਜੇ ਤੂੰ ਫਿਰ ਵੀ ਨਹੀਂ ਹਟਦਾ, ਹਾਂ ਕਰਮ ਕਰਨ ਲੱਗਿਆ ਤੂੰ ਸੁਤੰਤਰ ਹੈ। ਸੁਤੰਤਰ ਕਹਿੰਦੇ ਨੇ ਆਜ਼ਾਦ ਹੈ, ਕੀ ਕਰਨਾ ਹੈ, ਪਰ ਫਲ ਭੋਗਣ ਲੱਗਿਆ ਤੂੰ ਸੁਤੰਤਰ ਨਹੀਂ, ਫਿਰ ਪਤੰਤਰ ਹੈ, ਫਿਰ ਤੂੰ ਗੁਲਾਮ ਹੈ, ਪਰ ਅਧੀਨ ਹੈ। ਭਾਵ ਕੇ ਫਿਰ ਜਿਹੋ ਜੇ ਕਰਮ ਕੀਤੇ ਫਲ ਉਹੇ ਜਿਹਾ ਭੋਗਣਾ ਪੈਣਾ ਤੈਨੂੰ, ਉੱਥੇ ਤੂੰ ਚੋਣ ਨਹੀਂ ਕਰ ਸਕਦਾ। ਜਿਵੇਂ ਕੋਈ ਆਪਾਂ ਫਲਦਾਰ ਬੂਟਾ ਲਾ ਲਈਏ ਤੇ ਉਹਨੂੰ ਗੁਰਮੁਖੋ ਫਲ ਲੱਗਦੇ ਆ, ਤੇ ਉਹ ਫਲਾਂ ਦੇ ਵਿੱਚ ਇੱਕ ਤਾਂ ਅਧਿਕਾਰ ਹੈ ਨਾ ਸਾਡੇ ਕੋਲੇ ਚੋਣ ਕਰਨ ਦਾ, ਕਿ ਜਿਹੜਾ ਫਲ ਤੋੜਿਆ ਨਹੀਂ ਚੰਗਾ ਲੱਗਿਆ ਸੁੱਟਤਾ, ਜਿਹੜਾ ਕੋਈ ਮਿੱਠਾ ਲੱਗਿਆ ਖਾ ਲਿਆ, ਇੱਕ ਅਧਿਕਾਰ ਮਿਲ ਗਿਆ। ਲੇਕਿਨ ਕਰਮ ਕਰਨ ਮੌਕੇ ਤੂੰ ਯਾਦ ਹੈ ਜਿਹੜੇ ਇੱਥੇ ਫਲ ਲੱਗਣੇ ਨੇ ਕਰਮ ਦੇ, ਤਾਂ ਗੁਰਮੁਖੋ ਇਹ ਗੱਲ ਯਾਦ ਰੱਖਣੀ ਕਿ ਸਾਨੂੰ ਅਧਿਕਾਰ ਨਹੀਂ ਅਸੀਂ ਆਪਣੀ ਮਰਜ਼ੀ ਨਾਲ ਫਲ ਦੀ ਚੋਣ ਕਰ ਸਕੀਏ। ਆਹ ਕਰਮ ਦਾ ਫਲ ਮੈਂ ਨਹੀਂ ਲੈਣਾ, ਇਹ ਤਾਂ ਭਾਈ ਫਿਰ ਛਕਣੇ ਪੈਣੇ। ਇਸ ਕਰਕੇ ਕਰਮ ਕਰਨ ਮੌਕੇ ਸੁਤੰਤਰ ਹੈ। ਬਹੁਤ ਬੰਦੇ ਕਹਿੰਦੇ ਆ ਜੋ ਹੁੰਦਾ ਜੀ ਵਾਹਿਗੁਰੂ ਦੇ ਹੁਕਮ 'ਚ ਹੀ ਹੁੰਦਾ ਹੈ, ਬੜੀ ਉੱਚੀ ਬ੍ਰਹਮ ਗਿਆਨ ਦੀ ਗੱਲ ਕਰਦੇ ਨੇ। ਫਿਰ ਪੰਗਤੀ ਪੜ੍ਹ ਕੇ ਨਾ ਦੂਜੇ ਦਾ ਮੂੰਹ ਬੰਦ ਕਰਨ ਦੀ ਕੋਸ਼ਿਸ਼ ਕਰਦੇ। ਲੈ ਬਾਣੀ 'ਚ ਲਿਖਿਆ ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਉਹਦੇ ਹੁਕਮ 'ਚ ਹੀ ਹੈ, ਕੋਈ ਨਹੀਂ ਜਦੋਂ ਉਹਦਾ ਹੁਕਮ ਹੋਊ ਹਟ ਜਾਾਂਗੇ ਇੱਧਰੋਂ। ਐਵੇਂ ਤੁਸੀਂ ਰੋਜ਼ ਹੀ ਇਹ ਗੱਲਾਂ ਤੇ ਲੱਗੇ ਰਹਿੰਦੇ ਹੋ, ਆਹ ਨਾ ਕਰੋ ਆਹ ਨਾ ਕਰੋ। ਬੜਾ ਬਈ ਸੋਚੀਦਾ ਹੈ, ਇੰਨਾ ਹੁਕਮ ਵਿੱਚ ਆ ਗਿਆ ਹੈ। ਭਾਈ ਠੀਕ ਹੈ ਜੇ ਤੂੰ ਆ ਵੀ ਮੰਨਦਾ ਨਾ ਕਿ ਉਹਦੇ ਹੁਕਮ 'ਚ ਹੀ ਕਰਦਾ ਮੈਂ ਸਾਰਾ ਕੁਝ, ਜਦੋਂ ਫਲ ਮਿਲਿਆ ਚੀਕਾਂ ਨਾ ਮਾਰੀ, ਉਹ ਵੀ ਕਹੀਂ ਉਹਦੇ ਹੁਕਮ 'ਚ ਹੀ ਹੈ। ਉਦੋਂ ਲਾਂਭੇ ਜੇ ਕਿਉਂ ਦਿੰਦਾ, ਹਾਏ ਰੱਬਾ ਕੀ ਤੇਰਾ ਮਾੜਾ ਕਰਤਾ ਮੈਂ। ਭਾਈ ਕੁਛ ਨਹੀਂ, ਰੱਬ ਕਿਸੇ ਦਾ ਬੁਰਾ ਨਹੀਂ ਕਰਦਾ, ਤੂੰ ਆਪਦਾ ਬੀਜਿਆ ਵੱਢ ਰਿਹਾ। ਜਦੋਂ ਬੀਜ ਰਿਹਾ ਹੈ, ਕਰਮ ਕਰ ਰਿਹਾ, ਉਦੋਂ ਤਾਂ ਤੂੰ ਦੂਜੇ ਦਾ ਮੂੰਹ ਬੰਦ ਕਰਨ ਮੌਕੇ ਪੰਗਤੀ ਪੜ੍ਹ ਦੇਗਾ
ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ। ਹੁਕਮ 'ਚ ਹੀ ਹੈ ਜੀ ਸਾਰਾ ਕੁਝ। ਜੇ ਭਾਈ ਕਰਮ ਹੁਕਮ 'ਚ ਹੈ, ਫਿਰ ਫਲ ਵੀ ਹੁਕਮ 'ਚ ਹੈ। ਜਦੋਂ ਫਲ ਮਿਲਿਆ ਉਦੋਂ ਵੀ ਕਹੀਂ ਹੁਕਮ 'ਚ ਹੀ ਹੈ। ਉਦੋਂ ਨਾ ਕੋਈ ਇਸ ਤਰ੍ਹਾਂ ਕਹੀਂ ਹਾਏ ਹਾਏ ਕਰੇ, ਕੋਈ ਰੱਬ ਨੂੰ ਲਾਂਭਾ। ਇਸ ਕਰਕੇ ਇਸ ਭਾਵ ਨੂੰ ਸਮਝਣਾ ਹੈ। ਗੁਰੂ ਸਾਹਿਬ ਨੇ ਸਾਨੂੰ ਕਰਮ ਦੇ ਸਮੇਂ ਸੁਤੰਤਰ ਕੀਤਾ, ਪਰ ਫਲ ਦੇ ਸਮੇਂ ਅਸੀਂ ਪਤੰਤਰ ਹਾਂ, ਪਰ ਅਧੀਨ ਹਾਂ। ਸਾਹਿਬ ਜੀ ਕਹਿੰਦੇ ਗੁਰਮੁਖੋ, ਜੇ ਤਤ ਵਸਤੂ ਦੀ ਪ੍ਰਾਪਤੀ ਕਰਨੀ ਹੈ ਤਾਂ ਫਿਰ ਪਿਆਰਿਓ ਸ਼ੁਭ ਨਿਸ਼ਕਾਮ ਕਰਮ ਕਰਨੇ ਪੈਣਗੇ, ਫੇਰ ਹੀ ਹੋਣੀ ਹੈ। ਗੱਲ ਆ ਗਈ ਸਿੱਧੀ ਕਿ ਜੇ ਤਾਂ ਦਹੀਂ ਰਿੜਕ ਲਾਂਗੇ ਤਾਂ ਮੱਖਣ ਮਿਲ ਜੂਗਾ। ਦੁੱਧ ਤੋਂ ਦਹੀਂ ਬਣਾ ਕੇ ਜਾਗ ਲਾ ਕੇ ਜੁਗਤੀ ਹੈ ਸਾਰੀ, ਕਿਵੇਂ ਕਿਵੇਂ ਤੱਤ ਵਸਤੂ ਦੀ ਪ੍ਰਾਪਤੀ ਹੋਣੀ ਹੈ, ਕਿਵੇਂ ਜਾਗ ਲੱਗਣਾ, ਕਿਵੇਂ ਦਹੀਂ ਜਿਹੜਾ ਦੁੱਧ ਦਹੀਂ ਬਣੂਗਾ ਜਮਾਇਆ ਜਾਵੇ। ਫਿਰ ਇਸ ਤਰ੍ਹਾਂ ਤੱਤ ਵਸਤੂ, ਜੇ ਐਵੇਂ ਪਾਣੀ ਰਿੜਕੀ ਜਾਓ ਫੇਰ ਨਹੀਂ ਹੋਣਾ। ਅੰਤਿਸ਼ ਕਰਨ ਦੀ ਵੀ ਜਿਵੇਂ ਇਹ ਵੀ ਪ੍ਰਮਾਣ ਕੇ ਅੰਦਰ ਮੈਲ ਹੈ, ਇਹਨੂੰ ਭਾਈ ਗੁਰੂ ਮਹਾਰਾਜ ਦੇ ਨਾਮ ਦੁਆਰਾ ਧੋਈਏ, ਤੱਤ ਵਸਤੂ ਦੇ ਨਾਲ ਜੁੜੀਏ। ਨਿਸ਼ਕਾਮ ਕਰਮ ਜਿਹੜੇ ਅਸ਼ੁਭ ਕਰਮ, ਚੰਗੇ ਕਰਮ ਉਹ ਕਰਨੇ, ਤਾਂ ਫਿਰ ਇਹ ਲੋਕ ਸੁਖੀਏ ਪ੍ਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ, ਭੁੱਲ ਚੁੱਕ ਦੀ ਖਿਮਾ। ਸਰਬੱਤ ਮਾਈ ਭਾਈ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ